नमस्कार, लुधियाना खबरनामा वेखण वाले सारे दर्शकों का स्वागत है। मैं हाँ परविंदर। तमाम खबरों ते नजर पाउने शुरुआत करते हैं सुर्खियां दे नाल। 2022 ਦੀਆਂ ਚੋਣਾਂ ਨੂੰ ਲੈ ਕੇ ਭਖਿਆ ਸਿਆਸੀ ਅਖਾੜਾ। ਉਮੀਦਵਾਰਾਂ ਦੇ ਹੱਕ 'ਚ ਨਿਤਰੇ ਦਿੱਗਜ। ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਲੁਧਿਆਣਾ 'ਚ ਸਮਾਗਮ 'ਚ ਕੀਤੀ ਸ਼ਿਰਕਤ। ਹਲਕਾ ਗਿੱਲ ਤੋਂ ਭਾਜਪਾ ਉਮੀਦਵਾਰ ਦੇ ਹੱਕ 'ਚ ਕੀਤਾ ਪ੍ਰਚਾਰ। ਚੋਣਾਂ ਨੂੰ ਲੈ ਕੇ ਚੜਿਆ ਸਿਆਸੀ ਪਾਰਾ। ਉਮੀਦਵਾਰ ਹੋਏ ਸਰਗਰਮ। ਹਲਕਾ ਦਾਖਾ 'ਚ ਮਨਪ੍ਰੀਤ ਇਆਲੀ ਅਤੇ ਹਲਕਾ ਗਿੱਲ 'ਚ ਦਰਸ਼ਨ ਸਿੰਘ ਸ਼ਿਵਾਲਕ ਵੱਲੋਂ ਚੋਣ ਪ੍ਰਚਾਰ। ਵਿਕਾਸ ਦੇ ਮੁੱਦੇ ਤੇ ਵੋਟ ਅਪੀਲ। ਜਿੱਤ ਯਕੀਨੀ ਬਣਾਉਣ ਲਈ ਉਮੀਦਵਾਰ ਲਗਾ ਰਹੇ ਪੂਰੀ ਵਾਹ। ਸੰਯੁਕਤ ਸਮਾਜ ਮੋਰਚੇ ਦੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਤਰੁਣ ਬਾਵਾ ਨੇ ਲੋਕਾਂ ਨਾਲ ਕੀਤਾ ਰਾਬਤਾ। ਜਿੱਤ ਮਗਰੋਂ ਲੋਕ ਸਮੱਸਿਆਵਾਂ ਦੇ ਹੱਲ ਦਾ ਦਿੱਤਾ ਭਰੋਸਾ। ਲੁਧਿਆਣਾ ਵਿੱਚ ਮੁਸਲਿਮ ਧੀਆਂ ਵੱਲੋਂ ਕੱਢਿਆ ਗਿਆ ਹਿਜਾਬ ਮਾਰਚ। ਕਰਨਾਟਕਾ ਦੇ ਵਿੱਚ ਹਿਜਾਬ ਨੂੰ ਲੈ ਕੇ ਹੋਈ ਵਿਵਾਦ ਤੇ ਜਤਾਇਆ ਰੋਸ। ਸ਼ਾਹੀ ਇਮਾਮ ਨੇ ਭਾਜਪਾ ਦੇ ਖਿਲਾਫ ਜਤਾਇਆ ਸਖਤ ਰੋਸ। ਬੁਲੇਟਿਨ ਦਾ ਆਗਾਜ਼ ਕਰਦੇ ਵਿਧਾਨ ਸਭਾ ਚੋਣਾਂ ਲੈ ਕੇ ਸਿਆਸਤ ਪੂਰੇ ਸਿਖਰਾਂ ਤੇ ਅਜਿਹੇ ਦੇ ਵਿੱਚ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਦੇ ਲਈ ਲਗਾਤਾਰ ਦਿੱਗਜ ਆਗੂਆਂ ਦੇ ਵੱਲੋਂ ਵੀ ਵੱਖ-ਵੱਖ ਥਾਈਂ ਚੋਣ ਪ੍ਰਚਾਰ ਕੀਤਾ ਜਾ ਰਿਹਾ। ਇਸੇ ਦੇ ਤਹਿਤ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਵੀ ਅੱਜ ਲੁਧਿਆਣਾ ਪਹੁੰਚੇ, ਜਿੱਥੇ ਕਿ ਉਹਨਾਂ ਹਲਕਾ ਗਿੱਲ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਖਾਸ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਚੰਗੀ ਸਰਕਾਰ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇਸ ਨਾਲ ਹੀ ਉਹਨਾਂ ਹਲਕਾ ਗਿੱਲ ਤੋਂ ਭਾਜਪਾ ਉਮੀਦਵਾਰ ਦੇ ਹੱਕ ਦੇ ਵਿੱਚ ਵੀ ਪ੍ਰਚਾਰ ਕੀਤਾ ਤੇ ਵਿਕਾਸ ਦੇ ਮੁੱਦੇ ਤੇ ਵੋਟ ਅਪੀਲ ਕੀਤੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਪ੍ਰੋਗਰਾਮ ਦਾ ਕਿਸਾਨਾਂ ਦੇ ਵੱਲੋਂ ਜੰਮ ਕੇ ਵਿਰੋਧ ਵੀ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇੱਕ ਨੌਜਵਾਨ ਦੇ ਵੱਲੋਂ ਪ੍ਰੋਗਰਾਮ ਦੇ ਵਿੱਚ ਸਵਾਲ ਵੀ ਖੜੇ ਕੀਤੇ ਗਏ। ਉਹਨਾਂ ਕਿਹਾ ਕਿ ਉਹ ਭਾਜਪਾ ਦੀ ਨੀਤੀ ਦੇ ਬਾਰੇ ਜਾਣਦੇ ਨੇ ਕਿ ਕਿਸ ਤਰ੍ਹਾਂ ਭਾਜਪਾ ਦੇ ਵੱਲੋਂ ਸੂਬੇ ਦਾ ਵਿਕਾਸ ਕਰਵਾਇਆ ਗਿਆ। ਸੋ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ, ਹਾਲਾਂਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਵੀ ਲੁਧਿਆਣਾ ਦੇ ਵਿੱਚ ਪ੍ਰੋਗਰਾਮ ਦੌਰਾਨ ਸ਼ਿਰਕਤ ਕੀਤੀ ਜਾਣੀ ਸੀ, ਪਰ ਕੁਝ ਕਾਰਨਾਂ ਕਰਕੇ ਉਹ ਇੱਥੇ ਨਹੀਂ ਆ ਸਕੇ। देखो मेरी गल सुनो, इत्थे जिहड़ी गवर्नेंस की प्रॉब्लम रही है कि सरकार किदा चलदी, सरकार ने काम किदा करने ते लोकां दी हेल्प किदा करनी, ਉਹ ਮੈਨੂੰ ਲੱਗਦਾ ਹੈ ਗੜਬੜ ਰਿਹਾ ਇਨੇ ਟਾਈਮ ਮਾਹੌਲ। ਇਸ ਕਰਕੇ ਜਿਹੜੀ ਨੰਬਰ 1 ਦੀ ਸਟੇਟ ਸੀ ਉਹ ਨੰਬਰ 23 ਤੇ ਪਹੁੰਚੀ ਆ। ਜਿਹੜੀ ਨੰਬਰ 1 ਦੀ ਸਟੇਟ ਨੰਬਰ 23 ਤੇ ਪਹੁੰਚੀ ਆ ਤੇ ਉਹਨੂੰ ਠੀਕ ਕਰਨ ਲਈ ਸਾਨੂੰ ਵਧੀਆ ਬੰਦੇ ਕੰਮ ਕਰਨ ਜੋਗੇ ਚਾਹੀਦੇ ਨੇ। ਇਸ ਕਰਕੇ ਲੱਦੜ ਸਾਹਿਬ ਨੂੰ ਇੱਥੇ ਦੀ ਟਿਕਟ ਦਿੱਤੀ ਆ, ਜਿਹੜੇ ਖੁਦ ਰਿਟਾਇਰਡ ਅਫਸਰ ਨੇ, IAS ਨੇ, ਤੇ ਉਹਨਾਂ ਨੂੰ ਸਮਝ ਹੈ ਦੀ ਸੈਂਟਰ ਦੀ ਸਕੀਮਾਂ ਕਿਦੋਂ ਲਿਆਣੀਆਂ ਨੇ ਤੇ ਉਹਨਾਂ ਨੂੰ ਅਪਲਾਈ ਕਿਦਾ ਕਰਨਾ ਹੈ। ਇਸ ਕਰਕੇ ਸਟੇਟ ਅੱਗੇ ਵਧੂਗੀ, ਹਲਕਾ ਅੱਗੇ ਵਧੂਗਾ ਤੇ ਸਮਝੋ ਦੇਸ਼ ਵੀ ਅੱਗੇ ਵਧੂਗਾ। 750 ਕਿਸਾਨ ਤੇ ਮਜ਼ਦੂਰ ਸਾਡਾ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਹੋਇਆ ਵਾ। ਅੱਜ ਉੱਥੋਂ ਦੀ ਜਿਹੜੀ ਖੱਟਰ ਸਰਕਾਰ ਆ, ਇਹ ਖੱਟਰ ਸਰਕਾਰ ਸਾਡੇ ਰਾਹ ਰੋਕਦੀ ਸੀਗੀ। ਅੱਜ ਇਹ ਖੱਟੜ ਆ ਰਿਹਾ। ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਟਿਕਾਉਂਦਾ ਵੱਲੋਂ ਸਾਡੇ ਬਲਾਕ ਹੰਬੜਾਂ ਦੇ ਤੇ ਲੁਧਿਆਣੇ ਦੇ ਜਿੰਨੇ ਵੀ ਸਾਡੀਆਂ ਇਕਾਈਆਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ। ਅਸੀਂ ਅੱਜ ਸਾਰੀਆਂ ਇਕਾਈਆਂ ਸਾਡੇ ਵਰਕਰ BKU ਟਿਕਾਉਂਦਾ ਦੇ ਅੱਜ ਇਸ ਖੱਟਰ ਸਰਕਾਰ ਦਾ, BJP ਸਰਕਾਰ ਦਾ, ਮੋਦੀ ਸਰਕਾਰ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ। ਅਸੀਂ ਇੱਥੇ ਇਹਨਾਂ ਦੀ ਜਿਹੜੀ ਸਟੇਜ ਆ ਉਹ ਲੱਗਣ ਨਹੀਂ ਦੇਣੀ ਕਿਸੇ ਵੀ ਕੀਮਤ ਤੇ। ਆਉਣ ਵਾਲੇ ਨੁਮਾਇੰਦੇ ਜਿਹੜੇ ਇਸ BJP ਦੇ ਬਣ ਕੇ ਆਣਗੇ, ਅਸੀਂ ਇਹੀ ਪੁੱਛਣਾ ਚਾਹੁੰਦੇ ਹਾਂ। ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ ਵੀ ਦੱਸੋ ਕੀ ਤੁਹਾਡੀ ਗੱਲ ਦਾ ਜਵਾਬ ਤੁਹਾਡਾ ਕੀ ਇਸ ਮਸਲਾ ਹੈ, ਮਸਲੇ ਨੂੰ ਕਿਸੇ ਹੱਲ ਕਰੋਗੇ? ਲੋਕ ਪੁੱਛੇ ਕਿੱਥੇ ਜੀ, ਭੱਜ ਗਏ ਉਸੇ ਵੇਲੇ ਜਦੋਂ ਮਾੜੀ ਗੱਲ। ਮੈਨੂੰ ਇਹ ਪਤਾ, ਮੈਂ ਇਸ ਗੱਲ ਦਾ ਦਾਅਵੇਦਾਰ ਹਾਂ, ਇਹਨਾਂ ਨੂੰ ਪਿੰਡ ਦਾ ਨਹੀਂ ਪਤਾ ਹੋਣਾ, ਪੂਰੇ ਪਿੰਡ ਦਾ ਨਹੀਂ ਪਤਾ ਹੋਣਾ। ਗਿੱਲ ਹਲਕੇ ਦੇ ਪਿੰਡਾਂ ਦਾ ਕਿੰਨੇ ਪਿੰਡ ਪੈਂਦੇ ਨੇ ਇਸ ਹਲਕੇ ਦੇ ਵਿੱਚ? ਦੱਸੋ, ਗੱਲ ਕਰੋ ਮੇਰੇ ਨਾਲ। ਗਿੱਲ ਹਲਕੇ ਦੇ ਵਿੱਚ ਕਿੰਨੇ ਪਿੰਡ ਪੈਂਦੇ ਨੇ? ਇਹ ਪਿੰਡੂ ਹਲਕਿਆਂ ਦਾ ਗਿੱਲ ਹਲਕਾ ਆ। ਕੀ ਕਹਿੰਦਾ ਜਿਹੜੇ ਵਿਧਾਇਕ ਚੁਣੇ ਗਏ ਪਰ ਤੁਹਾਡੇ ਗਿੱਲ ਹਲਕੇ ਤੇ ਨਹੀਂ ਹੈ ਤਾਂ ਗਿੱਲ ਹਲਕੇ ਦੇ ਹੀ ਆ, ਲੇਕਿਨ ਇਹਨਾਂ ਪੂਰੀ ਨੌਲੇਜ ਨਹੀਂ ਹੋਣੀ ਕਿਹੜੇ ਪਿੰਡ 'ਚ ਕੀ ਕੰਮ ਹੋ ਰਿਹਾ, ਕਿਹੜੀ ਸੜਕ ਟੁੱਟੀ ਆ, ਕਿਹੜੀ ਲੋਕਾਂ ਦੀਆਂ ਪ੍ਰੋਬਲਮਾਂ, ਇਹਨਾਂ ਨੂੰ ਪਤਾ ਹੀ ਨਹੀਂ। ਗੱਲ ਕਰੋ ਸਾਡੇ ਨਾਲ। ਲੋਕੀ ਬਾਹਰੋਂ ਆਏ ਨਹੀਂ ਪਬਲਿਕ। ਸੋ 2022 ਦੀਆਂ ਚੋਣਾਂ ਨੂੰ ਲੈ ਕੇ ਕੁਝ ਹੀ ਦਿਨ ਬਾਕੀ ਰਹਿ ਗਏ ਨੇ, ਜਿਹੇ ਦੇ ਵਿੱਚ ਆਪਣੀ ਜਿੱਤ ਯਕੀਨੀ ਬਣਾਉਣ ਦੇ ਲਈ ਉਮੀਦਵਾਰਾਂ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ। ਆਮ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅਕਾਲੀ ਬਸਪਾ ਉਮੀਦਵਾਰ ਮਨਪ੍ਰੀਤ ਇਆਲੀ ਦੇ ਵੱਲੋਂ ਵੀ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਅਤੇ ਵਿਕਾਸ ਪੱਖੀ ਨੀਤੀਆਂ ਦੇ ਆਧਾਰ ਤੇ ਲੋਕਾਂ ਤੋਂ ਵੋਟ ਅਪੀਲ ਕੀਤੀ ਗਈ। ਇਸ ਮੌਕੇ ਮਨਪ੍ਰੀਤ ਇਆਲੀ ਦੇ ਵੱਲੋਂ ਸਾਡੇ ਪੱਤਰਕਾਰ ਹੇਮਰਾਜ ਬੱਬਰ ਨਾਲ ਖਾਸ ਗੱਲਬਾਤ ਵੀ ਕੀਤੀ। ਇਸ ਤਰ੍ਹਾਂ ਹੁਣ ਪੂਰੀ ਤਰ੍ਹਾਂ ਫਿਰ ਵੋਟ ਅਕਾਲੀ ਦਲ ਨੂੰ ਹੈ ਜੀ? ਹਾਂਜੀ, ਅਕਾਲੀ ਦਲ ਨੂੰ ਆ ਜੀ। ਅਸੀਂ ਤਾਂ ਦੇਖੋ ਵੀਰ ਮਨਪ੍ਰੀਤ ਵਾਲੀ ਵੀਰ ਜੀ ਨੂੰ ਪੂਰੀ ਸਪੋਰਟ ਆ ਸਾਡੀ ਬੀਬੀਆਂ ਦੀ ਵੀ, ਹੋਰ ਸਭ ਦੀ ਜਾਣੀ ਸਾਡੀ। ਅਸੀਂ ਏਕਾ ਕਰ ਲਿਆ ਵੀ ਅਸੀਂ ਐਤਕੀ ਮਨਪ੍ਰੀਤ ਵੀਰ ਜੀ ਨੂੰ ਵੱਡੀ ਲੀਡ ਤੇ ਜਿਤਾਉਣਾ। ਆਪਣੇ ਮਨਪ੍ਰੀਤ ਵਾਲੀ
ਹਾਂਜੀ ਅੱਛਾ, ਮਨਪ੍ਰੀਤ ਵਾਲੀ ਕਿਹੜੀ ਪਾਰਟੀ ਦੇ ਆ ਅਕਾਲੀ ਦਲ ਦੀ। ਤੇ ਕਿਉਂ ਪਾਉਣੀ ਅਕਾਲੀ ਦਲ ਨੂੰ? ਆਪਣੇ ਵੀਰੇ ਦੇਖਿਆ ਵਾ, ਆਪਣੇ ਪਿਛਲੀ ਵਾਰ ਫੂਲਕੇ ਨੂੰ ਵੋਟਾਂ ਪਾਈਆਂ ਸੀਗੀਆਂ, ਲੋਕਾਂ ਨੇ ਜਾਣੀ ਕਿ ਬਹੁਤ ਦਿਲੋਂ ਸਪੋਰਟ ਕੀਤੀ ਸੀਗੀ। ਆਪਣੇ ਦਿੱਲੀ ਜਾ ਵੜਿਆ, ਜਾਣੀ ਕਿ ਬਹੁਤ ਜ਼ਿਆਦਾ ਜਾਣੀ ਕਿ ਹੈਲਪ ਮਿਲੀ ਸੀ ਉਹ ਬੰਦੇ ਨੂੰ, ਠੀਕ ਆ। ਜਮਾ ਬੰਦਾ ਨਹੀਂ, ਉਹਨੂੰ ਕੋਈ ਜਾਣਦਾ ਨਹੀਂ ਸੀਗਾ, ਜਾਣੀ ਕਿ ਕੰਟਰੀ ਅਲੱਗ-ਅਲੱਗ ਕੰਟਰੀਆਂ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਉਹਨੂੰ ਦਿੱਤਾ, MLA ਵੀ ਬਣਾਇਆ, ਪਰ ਉਹ ਅਕਸਰ ਨੂੰ ਆਪਣਾ ਹਲਕਾ ਦਾਖਾ ਛੱਡ ਕੇ ਭੱਜਿਆ। 20 ਸਾਲ ਹੋ ਗਏ ਮਨਪ੍ਰੀਤ ਵਾਲੀ ਆਪਣੇ ਗਰਾਊਂਡਾਂ ਬਣਾਈਆਂ, ਕਿੰਨੇ ਕੰਮ ਕਰਾਏ, ਸਾਰਾ ਕੁਝ ਦੱਸ ਸਕਦੇ ਆ ਵੀ ਕਿੰਨਾ ਕੰਮ ਕੀਤਾ। ਅਸੀਂ ਅੱਜ ਪਹੁੰਚੇ ਹਾਂ ਹਲਕਾ ਦਾਖਾ ਦੇ ਪਿੰਡ ਕੁਲਾਰ ਦੇ ਵਿੱਚ, ਜਿਸ ਨੂੰ ਕਿ ਹੁਣ ਤੱਕ ਪੂਰੀ ਤਰ੍ਹਾਂ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਸੀਗਾ, ਔਰ ਉਹ ਗੜ੍ਹ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਹੈ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਸਾਡੇ ਨਾਲ ਇੱਥੇ ਮੌਜੂਦ ਨੇ। ਅੱਜ ਮਨਪ੍ਰੀਤ ਸਿੰਘ ਇਆਲੀ ਜੀ, ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਪਿੰਡਾਂ 'ਚ ਉਹਨਾਂ ਨੇ ਪਕੜ ਬਣਾਈ ਹੈ ਔਰ ਕਿਵੇਂ ਇੱਥੇ ਲੋਕ ਉਹਨਾਂ ਨੂੰ ਖੁੱਲ੍ਹ ਕੇ ਸਮਰਥਨ ਦੇਣ ਦੀ ਗੱਲ ਕਰ ਰਹੇ ਹਨ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਕੁਲਾਰ ਪਿੰਡ ਦੇ ਵਿੱਚ ਚੋਣ ਜਲਸਾ ਹੋਇਆ। ਮੇਰਾ ਖਿਆਲ ਸਾਰਾ ਪਿੰਡ ਇੱਥੇ ਹਾਜ਼ਰ ਸੀਗਾ, ਬੀਬੀਆਂ, ਸਾਡੇ ਨੌਜਵਾਨ, ਬਜ਼ੁਰਗ, ਬੱਚੇ, ਸਾਰਾ ਪਿੰਡ ਪਹੁੰਚਿਆ ਹੋਇਆ ਸੀ, ਕਿਉਂਕਿ ਬੜੀ ਮਿਹਨਤ ਕੀਤੀ ਇਹਨਾਂ ਪਿੰਡਾਂ ਦੇ ਵਿੱਚ। ਅੱਜ ਇੱਥੇ ਖੜੇ ਆ, ਇੱਥੇ ਛੱਪੜ ਹੁੰਦਾ ਸੀਗਾ, ਸਾਹਮਣੇ ਗੁਰੂ ਘਰ ਆ, ਇੱਧਰ ਡੇਰੇ ਦੀ ਜਗ੍ਹਾ ਵਾ, ਬੜੀ ਮਾਨਤਾ ਇਸ ਸਥਾਨ ਦੀ ਵੀ। ਸੋ ਇੱਥੇ ਉਹ ਛੱਪੜ ਖਤਮ ਕਰਕੇ ਇੱਥੇ ਖੇਡ ਪਾਰਕ ਬਣਿਆ, ਛੱਪੜ ਪਿੱਛੇ ਚਲੇਗਾ, ਇੱਥੇ ਖੇਡ ਪਾਰਕ ਬਣਿਆ। ਸੋ ਇੱਦਾਂ ਦਾ ਇੱਕ ਪ੍ਰਮਾਤਮਾ ਹੀ ਕਰਾਉਂਦਾ, ਬੜੀ ਖੁਸ਼ੀ ਹੁੰਦੀ ਹੈ ਇੱਥੋਂ ਨਿਕਲਦੇ ਆ। ਸੋ ਇਹ ਲੋਕ ਇਹਨਾਂ ਨੂੰ ਠੀਕ ਆ, ਉਸ ਸਮੇਂ ਨਾਲ ਕਈ ਵਾਰ ਕੁਝ ਵੀ ਨਾਰਾਜ਼ਗੀਆਂ ਵੀ ਹੋ ਜਾਂਦੀਆਂ ਨੇ, ਲੇਕਿਨ ਅੱਜ ਫਿਰ ਇਹ ਸਾਰਾ ਪਿੰਡ ਸਾਡੇ ਨਾਲ ਖੜਾ ਵਾ ਤੇ ਅਸੀਂ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਪਿੰਡ 'ਚੋਂ ਬਹੁਤ ਵੱਡੀ ਜਿੱਤ ਹਾਸਲ ਕਰਾਂਗੇ ਅਤੇ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ, ਮੰਗਾਂ ਨੇ, ਸਰਕਾਰ ਬਣ ਤੇ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ। ਕਿਸੇ ਨਾਲ ਕੋਈ ਵਿਤਕਰਾ ਨਹੀਂ, ਕੋਈ ਪੱਖਪਾਤ ਨਹੀਂ। ਸੋ ਹਰ ਸਰਕਾਰ ਦੀ ਸਹੂਲਤ ਆ ਜਿਹੜੀ ਬਿਨਾਂ ਪੱਖਪਾਤ ਤੋਂ ਇਹਨਾਂ ਨੂੰ ਮੁਹੱਈਆ ਕਰਾਵਾਂਗੇ ਤੇ ਡਿਵੈਲਪਮੈਂਟ ਦੇ ਕੰਮ ਜਿਹੜੇ ਰਹਿ ਗਏ ਉਹ ਸਾਰੇ ਕਰਾ ਕੇ ਦੇਵਾਂਗੇ। ਇਆਲੀ ਸਾਹਿਬ, ਇਕੱਲੇ ਇਸ ਪਿੰਡ 'ਚੋਂ ਹੀ ਨਹੀਂ, ਪੂਰੇ ਹਲਕੇ ਦੇ ਵਿੱਚੋਂ ਵੀ ਹੁਣ ਭਾਈਆਂ ਦੇ ਨਾਲ ਬੀਬੀਆਂ ਵੀ ਖੁੱਲ੍ਹ ਕੇ ਅੱਗੇ ਆ ਰਹੀਆਂ ਤੁਹਾਡੀ ਚੋਣ ਮੁਹਿੰਮ ਦੇ ਵਿੱਚ। ਬੀਬੀਆਂ ਇਸ ਤਰ੍ਹਾਂ ਕਿਵੇਂ ਖੁੱਲ੍ਹ ਕੇ ਸਮਰਥਨ ਦੇ ਰਹੀਆਂ ਨੇ? ਕੀ ਆਪਣੀ ਇਹੋ ਜਿਹੀ ਸਟ੍ਰੈਟਜੀ ਬਣੀ ਹੈ ਕਿ ਬੀਬੀਆਂ ਦਾ ਸਮਰਥਨ ਬਹੁਤ ਜ਼ਿਆਦਾ ਮਿਲ ਰਿਹਾ? ਵੈਸੇ ਇਹਨਾਂ ਬੀਬੀਆਂ ਦਾ ਬਹੁਤ ਸਤਿਕਾਰ, ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੂੰ ਹਰੇਕ ਬੀਬੀ ਇਹ ਸਮਝਦੀ ਆ ਵੀ ਮੇਰਾ ਪੁੱਤ MLA ਆ, ਮੇਰਾ ਭਰਾ MLA ਆ, ਭੈਣ ਹਰ ਸਮਝਦੀ ਆ। ਸੋ ਹਰ ਜਿਹੜਾ ਨੌਜਵਾਨ ਆ ਉਹ ਭਰਾ ਵਾਂਗੂ ਸਮਝਦਾ ਮੈਨੂੰ, ਬਜ਼ੁਰਗਾਂ ਦਾ ਆਸ਼ੀਰਵਾਦ ਸਾਨੂੰ ਪ੍ਰਾਪਤ ਆ। ਸੋ ਇੱਕ ਪਰਿਵਾਰ ਦੀ ਤਰ੍ਹਾਂ ਵਿਚਰ ਰਹੇ ਲੰਬੇ ਸਮੇਂ ਤੋਂ। ਸੋ ਇਸ ਲਈ ਹੁਣ ਇਹ ਲੋਕ ਨੇ ਜਿਹੜੇ ਬਹੁਤ ਪਿਆਰ ਦੇ ਰਹੇ ਨੇ ਤੇ ਅਸੀਂ ਵੀ ਸਾਰਾ ਦਿਨ ਲੋਕਾਂ 'ਚ ਰਹਿੰਦੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਮੇਰਾ ਖਿਆਲ ਰੋਜ਼ ਇਸ ਪਿੰਡ ਦੇ ਵਿੱਚ ਹੀ ਲੰਘਦੇ ਆ, ਰੋਜ਼ ਤੇ ਦੁੱਖ ਸੁੱਖ ਕੰਮ ਸਾਰੇ ਲੋਕਾਂ ਦੇ ਨਾਲ ਖੜੇ ਆ। ਜੇ ਕੋਈ ਗ੍ਰਾਂਟ ਨਹੀਂ, ਅਸੀਂ ਕੋਲੋਂ ਵੀ ਮਦਦ ਕਰਦੇ ਆ ਲੋਕਾਂ ਦੀ। ਸੋ ਇਸੇ ਕਰਕੇ ਲੋਕ ਵੀ ਸਾਥ ਦੇ ਰਹੇ ਨੇ। ਤੇ ਇੱਕ ਗੱਲ ਹੋਰ ਹੈ ਅਲੀ ਸਾਹਿਬ, ਕਾਂਗਰਸ ਸਰਕਾਰ ਦੇ ਹੁੰਦੇ ਹੋਏ ਵੀ ਜਦੋਂ ਕਾਂਗਰਸ ਦੀ ਪੂਰੀ ਧੱਕੇਸ਼ਾਹੀ ਚੱਲ ਰਹੀ ਸੀ, 22 ਇਲੈਕਸ਼ਨ ਆਪਾਂ ਬੜੀ ਸ਼ਾਨ ਨਾਲ ਜਿੱਤੀ ਸੀ ਜੀ, ਤੇ ਹੁਣ ਵੀ ਆਪਾਂ ਦੇਖਦੇ ਹਾਂ ਕਿ ਆਪਣੇ ਹਲਕੇ ਦੇ ਵਿੱਚ ਕਾਂਗਰਸ ਕੈਂਡੀਡੇਟ ਵੀ ਉਹੀ ਨੇ ਔਰ ਆਮ ਆਦਮੀ ਪਾਰਟੀ ਦੇ ਨਵੇਂ ਕੈਂਡੀਡੇਟ ਆ ਗਏ ਨੇ। ਦੇਖਦੇ ਹਾਂ ਆਪਣਾ ਮੁਕਾਬਲਾ ਕਿਸ ਨਾਲ ਹੈ ਜੀ? ਦੇਖੋ, ਮੁਕਾਬਲਾ ਤਾਂ ਕਾਂਗਰਸ ਨਾਲ ਹੀ ਹੋਣਾ। ਉਹ ਤਾਂ ਹਜੇ ਉਹਨਾਂ ਦਾ ਆਧਾਰ ਫੂਲਕਾ ਸਾਹਿਬ ਨੇ ਤਾਂ ਆਧਾਰ ਖਤਮ ਕਰਤਾ ਤੇ ਕਾਂਗਰਸ ਇੱਥੇ ਵੈਸੇ ਇੰਨੀ ਕਮਜ਼ੋਰ ਆ ਵੀ ਜਿਮਨੀ ਚੋਣ ਜਿੱਤ ਸਕੇ, ਹੁਣ ਤਾਂ ਜਿੱਤਣਾ ਕੀ ਆ ਨਾ ਜੀ। ਇੱਥੇ ਕਾਂਗਰਸ ਨਹੀਂ ਜਿੱਤ ਸਕਦੀ ਇਸ ਇਲਾਕੇ 'ਚ। ਇੱਕ ਮੌਕਾ ਸੀ ਜਿਮਨੀ ਚੋਣ, ਬਸ ਇਹਨਾਂ ਕੋਲ ਲਾਸਟ, ਤੇ ਹੁਣ ਤਾਂ ਸੋਚਣ ਬਣਾਏ। ਤੇ ਹੁਣ ਮਤਲਬ ਆਪਣੀ ਜਿਹੜੀ ਚੋਣ ਮੁਹਿੰਮ ਹੈ ਜੀ ਪੂਰੇ ਜ਼ੋਰਾਂ ਤੇ ਹੈ ਜੀ। ਕੀ ਕਹਾਂਗੇ ਆਪਾਂ ਲੋਕਾਂ ਨੂੰ ਇੱਕ ਅਪੀਲ ਕਰਦੇ ਹੋਏ? ਸਾਡੇ ਤਕਰੀਬਨ ਕਾਫੀ 60-55 ਪਿੰਡ ਨਿਕਲ ਗਏ ਨੇ, ਬਾਕੀ ਅਸੀਂ 8-7-8 ਦਿਨ 'ਚ ਕੱਢ ਦੇਣੇ ਆ ਸਾਰੇ। ਤੇ ਲੋਕਾਂ ਨੂੰ ਬੇਨਤੀ ਆ ਵੀ ਆ 7-8 ਦਿਨ ਪੂਰੇ ਸੁਚੇਤ ਰਹੋ, ਅਲਰਟ ਰਹੋ। ਇਹ ਬੜੇ ਜਿਹੜੇ ਚੋਣਾਂ ਦੇ ਮੌਸਮ ਦੇ ਵਿੱਚ ਇਹ ਲੀਡਰ ਤੁਹਾਡੇ ਕੋਲ ਹੋਣਗੇ ਜਿਨ੍ਹਾਂ ਨੇ 20 ਤੋਂ ਬਾਅਦ ਤੁਹਾਨੂੰ ਨਾ ਮਿਲਣਾ ਨਾ ਲੱਭਣਾ। ਕਿਸੇ ਦੇ ਘਰ ਟਿਕਾਣੇ ਦਾ ਪਤਾ ਨਹੀਂ, ਕਿਸੇ ਦਾ ਇਲਾਕੇ ਲਈ ਕੋਈ ਯੋਗਦਾਨ ਨਹੀਂ। ਸੋ ਇਹਨਾਂ ਨੇ 20 ਤੋਂ ਬਾਅਦ ਭੱਜਣਾ। ਅਸੀਂ ਲੋਕਾਂ ਦੇ ਵਿੱਚ ਆ ਤੇ ਲੋਕਾਂ ਦੇ ਵਿੱਚ ਹੀ ਰਹਿਣਾ, ਤੇ ਇਹਨਾਂ ਨੇ ਕਿਸੇ ਨੇ ਲੱਭਣਾ ਨਹੀਂ। ਸੋ ਇਸ ਲਈ ਸੋਚ ਸਮਝ ਕੇ ਆਪਾਂ ਵੋਟ ਦਾ ਇਸਤੇਮਾਲ ਕਰੋ। ਤੇ ਉਧਰ ਗੱਲ ਜੇਕਰ ਵਿਧਾਨ ਸਭਾ ਹਲਕਾ ਗਿੱਲ ਦੀ ਕੀਤੀ ਜਾਵੇ ਤਾਂ ਇੱਥੋਂ ਅਕਾਲੀ ਦਲ ਬਸਪਾ ਗੜਚੋੜ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਕ ਚੋਣ ਮੈਦਾਨ ਦੇ ਵਿੱਚ ਨੇ, ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਥਾਈਂ ਨੁੱਕੜ ਬੈਠਕਾਂ ਅਤੇ ਚੋਣ ਜਲਸਿਆਂ ਨੂੰ ਸੰਬੋਧਨ ਕੀਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਹੋਇਆਂ ਦਰਸ਼ਨ ਸਿੰਘ ਸ਼ਿਵਾਲਕ ਨੇ ਕਿਹਾ ਹੈ ਕਿ ਅਕਾਲੀ ਦਲ ਬਸਪਾ ਗੜਚੋੜ ਦੇ ਚੋਣ ਜਲਸਿਆਂ ਦੇ ਵਿੱਚ ਉਮੜ ਰਹੇ ਜਨ ਸੈਲਾਬ ਦੇ ਅੱਗੇ ਵਿਰੋਧੀਆਂ ਦਾ ਟਿਕਣਾ ਨਾਮੁਮਕਿਨ। ਉਹਨਾਂ ਕਿਹਾ ਕਿ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੀ ਜਨਤਾ ਦੇ ਵਿਰੋਧ ਤੋਂ ਬਚਣ ਲਈ ਮੁੱਖ ਮੰਤਰੀ ਬਦਲ ਦਿੱਤਾ ਗਿਆ, ਪਰ ਚਰਨਜੀਤ ਸਿੰਘ ਚੰਨੀ ਨੇ ਵੀ ਮੁੱਖ ਮੰਤਰੀ ਬਣਦਿਆਂ 111 ਦਿਨਾਂ ਦੇ ਵਿੱਚ ਭ੍ਰਿਸ਼ਟਾਚਾਰ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਲੋਕ ਹੁਣ ਅਕਾਲੀ ਦਲ ਬਸਪਾ ਗੜਚੋੜ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਨੇ। ਇਸ ਦੇ ਨਾਲ ਹੀ ਉਹਨਾਂ ਵਿਰੋਧੀ ਪਾਰਟੀਆਂ ਤੇ ਵੀ ਜੰਮ ਕੇ ਨਿਸ਼ਾਨੇ ਸਾਧੇ ਅਤੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਹੈ। ਸਾਡੇ ਜੋ ਅੱਜ ਦਾ ਰੂਟ ਸੀਗਾ ਇਹਦੇ ਵਿੱਚ ਮਲਕਪੁਰ, ਨੂਰਪੁਰ, ਰਜਾਪੁਰ, ਬੁਰਜ ਮਾਨਕੌਰ, ਬੁਰਜ ਲਾਂਬਣਾ, ਜੱਸੀਆਂ, ਬਹਾਦਰ ਕੇ, ਇਆਲੀ ਕਲਾਂ, ਸਤਜੋਤ ਨਗਰ ਦੇ ਵਿੱਚ ਜੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਉਹਨਾਂ ਅਨੁਸਾਰ ਮੀਟਿੰਗਾਂ ਚੁੱਕੀਆਂ ਗਈਆਂ ਨੇ। ਬਹੁਤ ਵੱਡੇ ਇਕੱਠ ਪਿੰਡਾਂ ਦੇ ਵਿੱਚ ਹੋ ਰਹੇ ਨੇ। ਲੋਕਾਂ ਦੀ ਨਾਰਾਜ਼ਗੀ
ਝਾੜੂ ਵਾਲਿਆਂ ਨੂੰ ਤਾਂ ਇਸ ਕਰਕੇ ਵੀ ਉਹ 5 ਸਾਲ ਆਏ ਦਰਸ਼ਨ ਨਹੀਂ ਦੇਣ ਆਏ, ਤੇ ਦਰਸ਼ਨ ਤਾਂ ਜਿਹੜੇ ਮੌਜੂਦਾ ਹੈਗਾ MLA ਬਣਿਆ ਇਹਨੇ ਵੀ ਨਹੀਂ ਦਿੱਤੇ। ਸੋ ਬਾਕੀ ਕੋਈ ਪਿੰਡ ਵਿੱਚ ਚਲੇ ਜਾਓ ਤੁਸੀਂ, ਸਾਰਿਆਂ ਪਿੰਡਾਂ ਦੀਆਂ ਸੜਕਾਂ ਜਾਂ ਟੁੱਟੀਆਂ ਪਈਆਂ ਨੇ ਜਾਂ ਪੱਟੀਆਂ ਪਈਆਂ ਨੇ, ਸਿਰਫ ਉਹ ਲੋਕਾਂ ਨੂੰ ਸ਼ੋਅ ਕਰਨ ਵਾਸਤੇ ਵੀ ਬਣਾਉਣੀ ਹੈਗੀ ਹੈ। ਇਹ ਸੜਕ ਦਾ ਜਿਹੜਾ ਲੁੱਕ ਦਾ ਕੰਮ ਹੁੰਦਾ, ਮੇਰੇ ਖਿਆਲ ਤਾਂ ਕੋਈ ਪੰਜਾਬ ਦੇ ਵਿੱਚ ਹੈਗਾ ਪਿੰਡ ਨਹੀਂ ਜਾਂ ਸ਼ਹਿਰ ਜਿੱਥੇ ਇਸ ਸੀਜ਼ਨ ਦੇ ਵਿੱਚ ਸੜਕਾਂ ਬਣਦੀਆਂ। ਕੋਈ ਨਹੀਂ, ਲੋਕਾਂ ਇੱਕ ਦੋ ਜਗ੍ਹਾ 'ਤੇ ਪੱਥਰ ਰੱਖਿਆ ਸੀ, ਨਹੀਂ ਪੱਥਰ ਲਾ ਕੇ ਪੱਥਰ ਰੱਖਿਆ ਸੀ ਗੋਪਾਲਪੁਰ ਪਿੰਡ, ਉੱਥੇ ਪੱਥਰ ਚੱਕ ਕੇ ਲੈ ਕੇ ਬਾਹਰ। ਤੇ ਹੁਣ ਗੱਲ ਕਰਦੇ ਹਾਂ ਲੁਧਿਆਣਾ ਦੇ ਹਲਕਾ ਆਤਮ ਨਗਰ ਦੀ, ਜਿੱਥੇ ਕਿ ਅਕਾਲੀ ਦਲ ਬਸਪਾ ਗੜਚੋੜ ਦੇ ਉਮੀਦਵਾਰ ਹਰੀਸ਼ ਰਾਏ ਟਾਂਡਾ ਚੋਣ ਮੈਦਾਨ ਦੇ ਵਿੱਚ ਨੇ ਅਤੇ ਚੋਣ ਪ੍ਰਚਾਰ ਨੂੰ ਅਗਾਂਹ ਤੋਰਦਿਆਂ ਹੋਇਆਂ ਉਹਨਾਂ ਦੇ ਵੱਲੋਂ ਆਮ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਹਰੀਸ਼ ਰਾਏ ਟਾਂਡਾ ਦੇ ਵੱਲੋਂ ਹਲਕੇ ਦੇ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਪਾਰਟੀ ਦੀ ਨੀਤੀ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਵੋਟ ਅਪੀਲ ਕੀਤੀ ਗਈ ਤੇ ਨਾਲ ਹੀ ਆਮ ਜਨਤਾ ਨੂੰ ਅਕਾਲੀ ਦਲ ਬਸਪਾ ਦੇ ਹੱਕ ਦੇ ਵਿੱਚ ਲਾਮਬੰਦ ਵੀ ਕੀਤਾ ਗਿਆ। ਜਗ੍ਹਾ ਮਿਲ ਰਿਹਾ ਹੈ, ਲੋਕਾਂ ਨੂੰ ਮਹਿਸੂਸ ਹੋ ਰਿਹਾ ਕਿ ਮੁੱਦੇ ਦੀ ਰਾਜਨੀਤੀ ਕਰਨ ਵਾਲਾ ਪਹਿਲਾ ਬੰਦਾ ਆਇਆ। ਮੈਨੂੰ ਸਭ ਤੋਂ ਬੜੀ ਖੁਸ਼ੀ ਇਹ ਹੈ ਕਿ ਮੈਨੂੰ ਸੁਣ ਕੇ ਮੇਰੇ ਵਿਰੋਧੀ ਵੀ ਹੁਣ ਮੁੱਦਿਆਂ ਦੀ, ਮੇਰੇ ਵਾਲੇ ਮੁੱਦਿਆਂ ਨੂੰ ਲੈ ਕੇ ਗੱਲ ਕਰਨ ਲੱਗ ਗਏ। ਕੱਲ ਬਿੱਟੂ ਨੂੰ ਸੁਣਿਆ, ਉਹ ਵੀ ਉਹੀ ਗੱਲਾਂ ਕਰਨ ਲੱਗ ਗਿਆ, ਕਰਵਲ ਵੀ ਉਹੀ ਗੱਲਾਂ ਕਰਨ ਲੱਗ ਗਿਆ। ਤੇ ਜਿਹੜੀ ਬਦਮਾਸ਼ੀ ਹੈ, ਲੜਾਈ ਝਗੜਾ ਹੈ, ਲੋਕ ਉਹਦੇ ਤੋਂ ਅੱਕ ਗਏ ਹੈ। ਲੋਕ ਹੁਣ ਸਮਝ ਰਹੇ ਹੈ ਕਿ ਐਕਚੁਅਲ ਮੁੱਦਾ ਕੀ ਹੈ। ਜਿਹੜੀ ਉਸ ਜਗ੍ਹਾ ਤੇ ਉੱਤੇ ਜਿਹੜੀ ਕੱਲ ਬੜਾ ਇਤਿਹਾਸਿਕ ਫੈਸਲਾ ਹੋਇਆ ਹੈ, ਜਿਹੜਾ ਹਸਪਤਾਲ ਦਾ, ਨਰਸਿੰਗ ਕਾਲਜ ਦਾ, ਕੁੜੀਆਂ ਦੇ ਡਿਗਰੀ ਐਂਡ ਪੋਸਟ ਗ੍ਰੈਜੂਏਸ਼ਨ ਕਾਲਜ ਦਾ, ਸੈਰਗਾਹ ਦਾ ਫੈਸਲਾ ਜਿਹੜਾ ਧਰਮਸ਼ਾਲਾ ਕਮੇਟੀ ਗਿੱਲ ਨੇ ਕੀਤਾ ਹੈ STPC ਦੀ ਕੋਲੈਬੋਰੇਸ਼ਨ ਨਾਲ, ਮੈਂ ਸਮਝਦਾ ਉਹ ਗੇਮ ਚੇਂਜਰ ਹੋਊਗਾ ਉਸ ਇਲਾਕੇ ਦੀ ਬੈਨੀਫਿਟ ਲਈ। ਲੋਕਾਂ ਨੂੰ ਇਲਾਜ ਵੀ ਮਿਲੂਗਾ, ਬੱਚੀਆਂ ਨੂੰ ਪੜ੍ਹਾਈ ਵੀ ਮਿਲੂਗੀ ਤੇ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਖੇਡਣ ਤੇ ਸੈਰ ਕਰਨ ਦੀ ਜਗ੍ਹਾ ਵੀ ਮਿਲੇਗੀ। ਲੁਧਿਆਣਾ ਪੱਛਮੀ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਤਰੁਣ ਜੈਨ ਬਾਵਾ ਦੇ ਵੱਲੋਂ ਵੀ ਚੋਣ ਪ੍ਰਚਾਰ ਪੂਰੇ ਸਿਖਰਾਂ ਤੇ ਇਸ ਦੌਰਾਨ ਉਹਨਾਂ ਹਲਕਾ ਪੱਛਮੀ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿਵਾਇਆ ਕਿ ਸੱਤਾ 'ਚ ਆਉਣ ਤੇ ਇਹਨਾਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ 100 ਸੀਟਾਂ ਤੋਂ ਵੱਧ ਜਿੱਤਣ ਦਾ ਦਾਅਵਾ ਪੇਸ਼ ਕੀਤਾ। ਮੁੱਦੇ ਨੇ ਅੱਜ ਮਲਹਾਰ ਸਿਨੇਮਾ ਰੋਡ ਦਾ, ਮੈਂ ਜਿੰਨੇ ਵੀ ਘਰਾਂ 'ਚ ਪਿਛਲੇ 10 ਸਾਲਾਂ ਤੋਂ ਗਿਆ, ਮੈਂ ਉਹਨਾਂ ਨੂੰ ਪੁੱਛਿਆ ਜੀ ਹਾਂਜੀ ਮਲਹਾਰ ਸਿਨੇਮਾ ਰੋਡ ਠੀਕ ਬਣੀ? ਉਹ ਸਾਰੇ ਮੈਂ ਤੁਹਾਨੂੰ ਲਫ਼ਜ਼ ਨਹੀਂ ਹੈਗੇ ਵੀ ਲੋਕਾਂ ਵਿੱਚ ਕਿੰਨਾ ਆਕਰੋਸ਼ ਹੈ। ਇਸ ਕਰਕੇ ਮੁੱਦੇ ਨੇ ਜੀ, ਹੋਏ ਕੁਝ ਨਹੀਂ। ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਚਾਹੋਗੇ ਜੀ ਲੋਕ ਤੁਹਾਨੂੰ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਮੈਡੀਕਲ ਦੇ ਉੱਪਰ ਔਰ ਐਜੂਕੇਸ਼ਨ ਦੇ ਉੱਪਰ ਕੰਮ ਕਰਾਂਗਾ ਸਭ ਤੋਂ ਪਹਿਲਾਂ। ਸਰ ਕੀ ਮੁੱਦੇ ਰੱਖੋਗੇ? ਅੱਜ ਕਿਹੜੀ ਜਗ੍ਹਾ ਤੁਸੀਂ ਆਏ, ਕਿੰਨਾ ਵੱਡਾ ਰਸ਼ ਦੇਖਣ ਨੂੰ ਮਿਲਿਆ ਤੇ ਕਿੱਦਾਂ ਦਾ ਪ੍ਰਭਾਵ ਮਿਲਦਾ ਹੈ ਲੋਕਾਂ ਦੇ ਵਿੱਚ ਜਾ ਕੇ? ਮੈਂ ਅੱਜ BRS ਨਗਰ, ਮੈਨੂੰ ਇੱਥੇ ਇਨਵਾਈਟ ਕੀਤਾ ਗਿਆ ਸੀਗਾ ਤੇ ਤੁਸੀਂ ਸਾਰੇ ਆਸ ਪੜੋਸ ਦੇ ਸਾਰੇ ਮਹੱਲੇ ਦੇ ਲੋਕ ਅੱਜ ਆਏ ਹੋਏ ਸੀਗੇ ਤੇ ਸਾਰੇ ਜਿਹਨੇ ਫਰਸਟ੍ਰੇਟਡ ਨੇ ਤੇ ਉਹਨਾਂ ਨੇ ਮੇਰੇ ਤੋਂ ਬਹੁਤ ਉਮੀਦਾਂ ਬੰਨੀਆਂ ਤੇ ਮੈਂ ਉਹਨਾਂ ਨੂੰ ਵਾਅਦਾ ਵੀ ਕੀਤਾ ਹੈ ਜੀ ਬਈ ਮੈਂ ਮੈਡੀਕਲ ਦੇ ਉੱਪਰ ਔਰ ਐਜੂਕੇਸ਼ਨ ਤੇ ਉੱਤੇ ਅਸੀਂ ਸਟਾਰਟ ਕਰਾਂਗੇ। ਕਰਨਾਟਕਾ ਦੇ ਵਿੱਚ ਸਕੂਲ ਦੇ ਵਿੱਚ ਹਿਜਾਬ ਪਹਿਨਣ ਤੇ ਲੱਗੀ ਰੋਕ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਲੈ ਕੇ ਲੁਧਿਆਣਾ ਦੇ ਮੁਸਲਿਮ ਭਾਈਚਾਰੇ ਦੇ ਵੱਲੋਂ ਵੀ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਲੁਧਿਆਣਾ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦੋਸ਼ ਲਗਾਇਆ ਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ ਅਤੇ ਲੋਕਾਂ ਨੂੰ ਬਹਿਲਾ ਫੁਸਲਾ ਕੇ ਸੱਤਾ ਹਾਸਲ करना ਚਾਹੁੰਦੀ है। देखिए, हिजाब का कोई मुद्दा नहीं है। नफ़रत की राजनीति जो लोग देश में कर रहे हैं और इसके नाम के ऊपर जो लोग वोटें बटोरने की कोशिश करते हैं, उन्होंने शुरू किया। हिजाब हो, सिर पे पगड़ी हो, दस्तार हो, ओढ़नी हो, पल्लू हो, वो तो हमारी संस्कृति का भी हिस्सा है और सदियों से चला आ रहा है। लोग जॉब की बात कर रहे थे, इन्होंने जॉब की बात छोड़ के उसको हिजाब के अंदर फंसा दिया। कर्नाटक में भी सदियों से लोग हिजाब पहनते हैं। जो मुसलमान बच्चियां सिर ढकती हैं, हिंदू बच्चियां भी टीका लगा के स्कूल जाती हैं, तो सिख बच्चियां दस्तार बांध के जाती हैं। तो मैं ये समझता हूँ कि सिर्फ नफ़रत फैलाने के लिए देश में और सिर्फ एक समुदाय को अपनी तरफ करने के लिए और एक समुदाय को दबाने के लिए ये एक ओछी राजनीति जो है जो देश के अंदर शुरू की गई, उसी का एक हिस्सा है हिजाब का, वरना कोई इतना बड़ा मामला नहीं। मेरा नाम शहनाज शेख है। मैं अपनी महिलाओं के साथ में आई हूँ। मैं भी एक मुस्लिम महिला हूँ और आज का जो प्रोग्राम रखा गया है वो सिर्फ इसलिए रखा गया है कि जो हमारी महिलाओं के साथ, मुस्लिम महिलाओं के साथ दुर्गति हो रही है, हमारे हिजाब के साथ, हमारी आबरू के साथ खेला जा रहा है। आज हम उसके लिए सारी महिलाओं का हिजाब मार्च निकालेंगे और अपने हक के लिए खड़े हैं। जो संविधान कहता है कि हमें हक है हमें हिजाब पहनने का, हमारे हिजाब के लिए हमें इंसाफ मिले। हमारी ये आबरू है, आबरू ढक के हम बाहर निकलते हैं, तो इसको किसी को हक नहीं है कि हम हिजाब उतार के कॉलेज जाएं, हम यूनिफॉर्म में कॉलेज जाएं। हमें किसी ने ज़बरदस्ती नहीं कहा कि हम बुर्का डाल के बाहर निकले, हिजाब पहन के बाहर निकले।
ये हमारी आबरू है, हिजाब हमारी इज्जत है और हमें हक है कि इसे हम अपनी खुशी से पहनते हैं। हमें कोई मजबूरी नहीं है, मजबूरी में नहीं पहनाया जाता, क्योंकि ये हमारा हक है और हम हक से इस हिजाब को पहनते हैं। ਮੌਜੂਦਾ ਵਿਧਾਇਕ ਅਤੇ ਲੁਧਿਆਣਾ ਉੱਤਰੀ ਤੋਂ ਕਾਂਗਰਸੀ ਉਮੀਦਵਾਰ ਰਾਕੇਸ਼ ਪਾਂਡੇ ਵੱਲੋਂ ਲਗਾਤਾਰ ਚੋਣ ਬੈਠਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ। ਆਮ ਲੋਕਾਂ ਦੇ ਨਾਲ ਵਿਚਰ ਰਹੇ ਨੇ। ਇਸ ਦੌਰਾਨ ਉਹਨਾਂ ਦੇ ਵੱਲੋਂ ਵਾਰਡ ਨੰਬਰ 1 ਦੇ ਵਿੱਚ ਵੀ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਜੀਤਾ ਦੀ ਅਗਵਾਈ ਦੇ ਵਿੱਚ ਅਹਿਮ ਬੈਠਕ ਕੀਤੀ ਗਈ, ਜਿੱਥੇ ਕਿ ਰਾਕੇਸ਼ ਪਾਂਡੇ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਹਰ ਵਾਰ ਉੱਤਰੀ ਹਲਕੇ ਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਬੇਸ਼ੁਮਾਰ ਪਿਆਰ ਦਿੱਤਾ ਜਾਂਦਾ ਹੈ ਅਤੇ ਉਹ ਲੋਕਾਂ ਦੇ ਭਰੋਸੇ ਦੇ ਉੱਪਰ ਖਰੇ ਉਤਰਨਗੇ ਅਤੇ ਇਲਾਕੇ ਦਾ ਵੱਡੇ ਪੱਧਰ ਤੇ ਵਿਕਾਸ ਕਰਵਾਇਆ ਜਾਏਗਾ। ਲੋਕਾਂ ਦਾ ਪਿਆਰ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਬਹੁਤ ਭਰਪੂਰ ਹੁੰਗਾਰਾ ਮਿਲ ਰਿਹਾ ਕਾਂਗਰਸ ਪਾਰਟੀ ਨੂੰ ਔਰ ਅਸੀਂ ਪੂਰੀ ਮੈਜੋਰਟੀ ਦੇ ਨਾਲ ਕਾਂਗਰਸ ਪਾਰਟੀ ਪੰਜਾਬ ਦੇ ਅੰਦਰ ਆਏਗੀ। ਰਵਾਇਤੀ ਪਾਰਟੀਆਂ ਨੂੰ ਅਲੱਗ-ਅਲੱਗ ਲੋਕਾਂ ਨੂੰ ਲਾਲਚ ਦਿੱਤੇ ਜਾ ਰਹੇ, ਉਹਨਾਂ ਨੂੰ ਕੀ ਮੈਸੇਜ ਦੋਗੇ ਲੋਕਾਂ ਨੂੰ? ਉਹ ਤਾਂ ਸਿੱਧਾ ਜਿਹਾ ਮੈਸੇਜ ਹੈ ਵੀ ਇਸ ਤਰ੍ਹਾਂ ਦੇ ਲਾਲਚ ਤੋਂ ਬਚਣਾ ਚਾਹੀਦਾ। ਉਹ ਲੋਕ ਝੂਠੇ ਨੇ ਜਿਹੜੇ ਇਸ ਤਰ੍ਹਾਂ ਦੇ ਲਾਲਚ ਦਿੰਦੇ ਨੇ ਵੋਟਾਂ ਦੇ ਟਾਈਮ ਤੇ, ਮੁੜ ਕੇ ਉਹਨਾਂ 'ਚੋਂ ਅੱਗੇ ਵੀ ਨਹੀਂ ਉਹ ਲੱਭੇ ਹੈਗੇ, ਹੁਣ ਵੀ ਨਹੀਂ ਕਿਸੇ ਨੇ ਲੱਭਣਾ। ਇਹ ਠਾਠਾ ਮਾਰਦਾ ਕੱਟ ਤੁਸੀਂ ਅੱਜ ਆਪਣੇ ਕੈਮਰੇ ਦੇ ਮੱਦੇ ਦੇਖੇ ਹੀ ਹੈ ਜੀ। ਇਹ ਜਨਤਾ ਦਾ ਪਿਆਰ ਹੈ, ਜਿਹੜਾ ਕਿ 6 ਵਾਰੀ ਪਹਿਲਾਂ ਵੀ ਪਾਂਡੇ ਸਾਹਿਬ ਜਿੱਤ ਚੁੱਕੇ ਆ, ਤਾਂ 7ਵੀਂ ਵਾਰ ਆ ਬਸ ਐਲਾਨ ਹੋਣਾ ਬਾਕੀ ਹੈ ਜੀ। ਸਾਡੇ ਪਾਂਡੇ ਸਾਹਿਬ ਜਿੱਤੇ ਹੋਏ ਨੇ, ਜਿਹੜਾ ਲੋਕਾਂ ਦਾ ਸਾਡੇ ਵਾਰਡ ਵਾਸਤੇ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ, ਕਿਉਂਕਿ ਧਰਮਸ਼ਾਲਾ ਲਈ 20 ਲੱਖ ਰੁਪਈਆ ਦਿੱਤਾ, ਗੁਰੂ ਹਰਿ ਨਗਰ ਧਰਮਸ਼ਾਲਾ ਉਹਦੇ ਲਈ ਫੰਡ ਦਿੱਤਾ, ਬਹੁਤ ਜ਼ਿਆਦਾ ਫੰਡ ਦਿੱਤਾ, ਬਲਕਿ ਜਿੰਨਾ ਅਸੀਂ ਬੋਲੀਏ ਉਨਾ ਘੱਟ ਹੈ, ਬਹੁਤ ਜ਼ਿਆਦਾ ਉਹਨਾਂ ਨੇ। ਨੌਰਥ ਦੇ ਲੋਕਾਂ ਨੂੰ ਕੀ ਮੈਸੇਜ ਦੋਗੇ ਜੀ? ਨੌਰਥ ਦੇ ਲੋਕਾਂ ਨੂੰ ਇਹੀ ਮੈਸੇਜ ਦਿਆਂਗੇ ਜੀ, 6 ਵਾਰੀ ਪਹਿਲਾਂ ਪਿਆਰ ਦਿੱਤਾ, 7ਵੀਂ ਵਾਰ ਵੀ ਦਿਓ, ਜਿਹੜੇ ਕਿ ਪਾਂਡੇ ਸਾਹਿਬ ਨੂੰ ਆਪਾਂ ਵਿਧਾਨ ਸਭਾ 'ਚ ਭੇਜੀਏ ਔਰ ਮਿਨਿਸਟਰ ਬਣਾਈਏ, ਪੰਜਾਬ ਨੂੰ ਔਰ ਹਲਕਾ ਨੌਰਥ ਦੀ ਜਿਹੜੀ ਨੁਹਾਰ ਆ ਹੋਰ ਵਧੀਆ ਤਰੀਕੇ ਨਾਲ ਬਦਲ ਸਕੇ। ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। 2022 ਦੀਆਂ ਚੋਣਾਂ ਨੂੰ ਲੈ ਕੇ ਭਖਿਆ ਸਿਆਸੀ ਅਖਾੜਾ। ਉਮੀਦਵਾਰਾਂ ਦੇ ਹੱਕ 'ਚ ਨਿਤਰੇ ਦਿੱਗਜ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਲੁਧਿਆਣਾ 'ਚ ਸਮਾਗਮ 'ਚ ਕੀਤੀ ਸ਼ਿਰਕਤ। ਹਲਕਾ ਗਿੱਲ ਤੋਂ ਭਾਜਪਾ ਉਮੀਦਵਾਰ ਦੇ ਹੱਕ 'ਚ ਕੀਤਾ ਪ੍ਰਚਾਰ। ਚੋਣਾਂ ਨੂੰ ਲੈ ਕੇ ਚੜਿਆ ਸਿਆਸੀ ਪਾਰਾ, ਉਮੀਦਵਾਰ ਹੋਏ ਸਰਗਰਮ। ਹਲਕਾ ਦਾਖਾ 'ਚ ਮਨਪ੍ਰੀਤ ਇਆਲੀ ਅਤੇ ਹਲਕਾ ਗਿੱਲ 'ਚ ਦਰਸ਼ਨ ਸਿੰਘ ਸ਼ਿਵਾਲਕ ਵੱਲੋਂ ਚੋਣ ਪ੍ਰਚਾਰ। ਵਿਕਾਸ ਦੇ ਮੁੱਦੇ ਤੇ ਵੋਟ ਅਪੀਲ। ਜਿੱਤ ਯਕੀਨੀ ਬਣਾਉਣ ਲਈ ਉਮੀਦਵਾਰ ਲਗਾ ਰਹੇ ਪੂਰੀ ਵਾਹ। ਸੰਯੁਕਤ ਸਮਾਜ ਮੋਰਚੇ ਦੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਤਰੁਣ ਬਾਵਾ ਨੇ ਲੋਕਾਂ ਨਾਲ ਕੀਤਾ ਰਾਬਤਾ। ਜਿੱਤ ਮਗਰੋਂ ਲੋਕ ਸਮੱਸਿਆਵਾਂ ਦੇ ਹੱਲ ਦਾ ਦਿੱਤਾ ਭਰੋਸਾ। ਲੁਧਿਆਣਾ ਵਿੱਚ ਮੁਸਲਿਮ ਧੀਆਂ ਵੱਲੋਂ ਕੱਢਿਆ ਗਿਆ ਹਿਜਾਬ ਮਾਰਚ। ਕਰਨਾਟਕਾ ਦੇ ਵਿੱਚ ਹਿਜਾਬ ਨੂੰ ਲੈ ਕੇ ਹੋਈ ਵਿਵਾਦ ਤੇ ਜਤਾਇਆ ਰੋਸ। ਸ਼ਾਹੀ ਇਮਾਮ ਨੇ ਭਾਜਪਾ ਦੇ ਖਿਲਾਫ ਜਤਾਇਆ ਸਖਤ ਰੋਸ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸੁਝਾਅ ਨਾਲ ਸਾਂਝਾ ਕਰਨਾ ਚਾਹੁੰਦੇ ਹੋ, news@fastfood.in ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ www.fastfood.in ਤੇ ਆਨਲਾਈਨ ਵੀ ਦੇਖ ਸਕਦੇ ਹੋ। ਮੈਨੂੰ ਤੇ ਇਜਾਜ਼ਤ, ਧੰਨਵਾਦ।